हेलो गाइस, वेलकम टू यू ऑन चैनल ऑफ इंग्लिश PSCB इंग्लिश। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਹਾਡਾ ਜਿਹੜਾ ਚੈਪਟਰ 2 ਹੈ ਕਲਾਸ 12 ਦਾ ਮਾਰਕਿੰਗ ਉਹਦੇ ਲੌਗ ਆਨਸਰ ਟਾਈਪ ਕੁਐਸਚਨਸ। ਜਿਹੜੀ ਸਾਡੀ ਲਾਸਟ ਵੀਡੀਓ ਸੀਗੀ ਉਸ ਦੇ ਵਿੱਚ ਆਪਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਕੀਤੇ ਸੀਗੇ। ਉਸ ਤੋਂ ਜਿਹੜੀ ਪਿਛਲੀ ਵੀਡੀਓ ਸੀਗੀ ਉਸ ਦੇ ਵਿੱਚ ਆਪਾਂ ਸਮਰੀ ਜਿਹੜੀ ਸੀਗੀ ਉਹ ਡਿਟੇਲ ਨਾਲ ਸਮਝੀ ਸੀਗੀ ਪੂਰੇ ਚੈਪਟਰ ਦੀ ਪੰਜਾਬੀ ਦੇ ਵਿੱਚ। ਤੁਸੀਂ ਲੌਂਗ ਆਨਸਰਸ ਕਰਨ ਤੋਂ ਪਹਿਲੇ ਉਹ ਦੋ ਵੀਡੀਓਸ ਵੇਖ ਲਓ ਤਾਂ ਕਿ ਤੁਹਾਨੂੰ ਲੌਂਗ ਆਨਸਰ ਟਾਈਪ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਜਾਣ ਤੇ ਫਿਰ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। शुरू करते हैं अपने असी पहले क्वेश्चन के नाल। तुहाडा पहला क्वेश्चन हैगा राइट अ ब्रीफ करैक्टर स्कैच ऑफ जोहन फिलिप सोसा। जोहन फिलिप सोसा का संखेप विच चरित्र चित्रण करना है। इसका आंसर हैगा जोहन फिलिप सोसा वॉज अ यंग बॉय। हिज फादर वर्कड इन अ ब्रास सेक्शन ऑफ द यूनाइटेड स्टेट्स मरीन बैंड। द कैपिटल सिटी ऑफ वाशिंगटन DC was full of bands. Philip loved them. He wanted to become a musician. At the age of 7, he joined a school of music. He learned to play violin. He began to play it very well. He loved to play baseball. He was chosen to play violin solo for the annual evening concert of his school. He borrowed a large size shirt from the wife of his music teacher. Mrs. Asputa fitted it on Philip with the help of pins. The big shirt was pulled loose when the performance was going on. He ran away from the stage. He was sent to the bakery for 3 days. He did not like this work. Then again he went to his music teacher. He developed his skill in playing violin. Once a circus band leader invited him a job in a circus. His father got him recruited as a trainee in the Marines band. He rose to be the leader of the band. He composed many marches. He became the March King. He became very famous composing the Washington Post March. ਅਸੀਂ ਇਸ ਦਾ ਅਗਰ ਮੀਨਿੰਗ ਪੰਜਾਬੀ ਵਿੱਚ ਸਮਝੀਏ ਤੇ ਉਹ ਹੁੰਦਾ ਹੈ ਕਿ ਜੋਹਨ ਫਿਲਿਪ ਸੋਸਾ ਜਿਹੜਾ ਸੀਗਾ ਇੱਕ ਛੋਟਾ ਮੁੰਡਾ ਸੀਗਾ। ਉਸ ਦੇ ਪਿਤਾ ਯੂਨਾਈਟਿਡ ਸਟੇਟ ਦੇ ਮਰੀਨ ਬੈਂਡ ਦੇ ਬਰਾਸ ਸੈਕਸ਼ਨ ਵਿੱਚ ਕੰਮ ਕਰਦੇ ਸੀ। ਵਾਸ਼ਿੰਗਟਨ DC ਦੀ ਰਾਜਧਾਨੀ ਬੈਂਡਸ ਨਾਲ ਭਰਪੂਰ ਸੀ। ਫਿਲਿਪ ਬੈਂਡਸ ਨੂੰ ਬਹੁਤ ਪਸੰਦ ਕਰਦਾ ਸੀ। ਉਹ ਵੀ ਇੱਕ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਸੀਗਾ, ਉਹ ਵੀ ਇੱਕ ਸੰਗੀਤਕਾਰ ਬਣਨਾ ਚਾਹੁੰਦਾ ਸੀਗਾ। ਉਹਨੇ ਵਾਇਲਨ ਵਜਾਉਣਾ ਸਿੱਖਿਆ। ਆਪਾਂ ਪੜ੍ਹਿਆ ਕਿ ਉਸਨੇ ਮਿਊਜ਼ਿਕ ਸਕੂਲ ਵਿੱਚ 5 ਸਾਲ ਜਦੋਂ ਹੋਇਆ ਉਹਨੇ ਮਿਊਜ਼ਿਕ ਸਕੂਲ ਵਿੱਚ ਐਡਮਿਸ਼ਨ ਲਿੱਤੀ ਅਤੇ ਉਸ ਤੋਂ ਬਾਅਦ ਉਹਨੇ 7 ਈਅਰਸ ਦਾ ਹੋ ਕੇ ਵਾਇਲਨ ਵਧੀਆ ਤਰ੍ਹਾਂ ਸਿੱਖ ਲਿਆ ਸੀਗਾ। ਬਾਕੀ ਇੰਸਟਰੂਮੈਂਟ ਵੀ ਸਿੱਖੇ ਪਰ ਵਾਇਲਨ ਬਹੁਤ ਵਧੀਆ ਵਜਾਉਂਦਾ ਸੀਗਾ ਅਤੇ ਪੂਰੇ ਸਕੂਲ ਵਿੱਚ ਉਸ ਤੋਂ ਵਧੀਆ ਹੋਰ ਕੋਈ ਵਜਾ ਹੀ ਨਹੀਂ ਸਕਦਾ। ਫਿਰ ਆਪਾਂ ਪੜ੍ਹਿਆ ਸੀਗਾ ਕਿ ਉਸ ਦੀ ਹੌਬੀ ਕੀ ਸੀਗੀ, ਬੇਸਬਾਲ। ਉਹ ਬੇਸਬਾਲ ਖੇਡਦਾ ਸੀਗਾ। ਹੀ ਵਾਸ ਚੂਜ਼ਨ ਟੂ ਪਲੇ ਵਾਇਲਨ ਸੋਲੋ ਫॉर ਦ ਐਨੂਅਲ ਈਵਨਿੰਗ ਕੌਂਸਰਟ। ਉਸ ਨੂੰ ਜਦੋਂ ਮੁਕਾਬਲਾ ਹੋਇਆ, ਈਵਨਿੰਗ ਕੌਂਸਰਟ ਹੋਇਆ, ਜਦੋਂ ਸਾਲਾਨਾ ਪ੍ਰੋਗਰਾਮ ਸੀਗਾ, ਉਹਨੂੰ ਵਾਇਲਨ ਸ਼ੋਅ ਲਈ ਚੁਣਿਆ ਗਿਆ ਸੀਗਾ। ਉਸਨੇ ਵੱਡੇ ਸਾਈਜ਼ ਦੀ ਕਮੀਜ਼ ਜਿਹੜੀ ਸੀ ਆਪਣੇ ਸੰਗੀਤ ਦੇ ਅਧਿਆਪਕ ਦੀ ਪਤਨੀ ਤੋਂ ਲਈ ਸੀ। ਆਪਾਂ ਪੜ੍ਹਿਆ ਸੀਗਾ ਕਿ ਉਸਦੇ ਮਦਰ ਘਰ ਨਹੀਂ ਸੀ ਅਤੇ ਉਹ ਜਦੋਂ ਖੇਡ ਕੇ ਆਇਆ ਤਾਂ ਉਸਦੇ ਕੱਪੜੇ ਬਿਲਕੁਲ ਗੰਦੇ ਹੋ ਚੁੱਕੇ ਸੀ ਅਤੇ ਬਾਅਦ ਵਿੱਚ ਉਸਨੇ ਆਪਣੇ ਟੀਚਰਸ ਦੀ ਜਿਹੜੀ ਵਾਈਫ ਸੀ ਉਹਨਾਂ ਕੋਲ ਵੱਡੇ ਸਾਈਜ਼ ਦੀ ਸ਼ਰਟ ਲਿੱਤੀ। ਅਧਿਆਪਕ ਦੀ ਜਿਹੜੀ ਪਤਨੀ ਸੀ ਉਹਨਾਂ ਨੇ ਪਿੰਨ ਲਗਾ ਕੇ ਫਿਲਿਪ ਨੂੰ ਸ਼ਰਟ ਨੂੰ ਫਿੱਟ ਕਰ ਦਿੱਤਾ। ਜਦ ਸੰਗੀਤ ਦਾ ਸ਼ੋਅ ਹੋ ਰਿਹਾ ਸੀ ਤਾਂ ਉਹਦੀ ਕਮੀਜ਼ ਦਾ ਜਿਹੜਾ ਕਾਲਰ ਸੀਗਾ, ਰਾਈਟ ਆਰਮ ਸੀਗੀ, ਉਹ ਤੋਂ ਪਿੰਸ ਲੱਥਣੀਆਂ ਸ਼ੁਰੂ ਹੋ ਗਈਆਂ ਅਤੇ ਉਸ ਤੋਂ ਬਾਅਦ ਕੀ ਹੋਇਆ, ਉਹ ਨਰਵਸ ਹੋ ਗਿਆ ਅਤੇ ਸਟੇਜ ਤੋਂ ਭੱਜ ਗਿਆ ਸੀ। ਫਿਰ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਇੱਥੇ ਲਿਖਿਆ ਕਿ ਹੀ ਵਾਸ ਸੈਂਟ ਟੂ ਦਾ ਬੇਕਰੀ ਫॉर 3 days। ਉਹ 3 ਦਿਨ ਲਈ ਬੇਕਰੀ ਗਿਆ ਸੀਗਾ। ਆਪਾਂ ਪੜ੍ਹਿਆ ਸੀਗਾ ਕਿ ਮਿਊਜ਼ਿਕ ਤੋਂ ਤੰਗ ਹੋ ਕੇ ਅਤੇ ਬੇਕਰੀ ਵੱਲ ਚਲ ਗਿਆ ਸੀਗਾ ਪਰ ਉੱਥੇ ਵੀ ਉਸਨੂੰ ਬੇਕਰੀ ਦਾ ਜਿਹੜਾ ਕੰਮ ਸੀਗਾ ਉਹ ਥਕਾਵਟ ਦੇਣ ਵਾਲਾ ਲੱਗਿਆ ਸੀਗਾ ਅਤੇ ਉਹਨੇ ਡੈਥ ਪ੍ਰੈਫਰ ਕੀਤੀ ਸੀਗੀ ਬੇਕਰੀ ਦੇ ਕੰਮ ਨਾਲੋਂ। ਫਿਰ ਉਸ ਤੋਂ ਬਾਅਦ ਉਹਨੇ ਫਿਰ ਮਿਊਜ਼ਿਕ ਟੀਚਰ ਕੋਲ ਗਿਆ। ਫਿਰ ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀਗਾ ਕਿ ਫਿਰ ਉਸ ਤੋਂ ਬਾਅਦ ਮਿਊਜ਼ਿਕ ਟੀਚਰ ਦੇ ਨਾਲ ਉਹਦੇ ਬੜੇ ਅੱਛੇ ਰਿਲੇਸ਼ਨ ਵੀ ਹੋ ਗਏ ਸੀ। ਫਿਰ ਉਸ ਤੋਂ ਬਾਅਦ ਉਹ ਮਿਊਜ਼ਿਕ ਦੇ ਵਿੱਚ ਬਹੁਤ ਵਧੀਆ ਹੋ ਗਿਆ। ਉਹਨੇ ਵਾਇਲਨ ਵਜਾਉਣਾ ਬਹੁਤ ਅੱਛੀ ਤਰ੍ਹਾਂ ਸਿੱਖ ਲਿਆ। ਇੱਕ ਵਾਰੀ ਸਰਕਸ ਬੈਂਡ ਦੇ ਲੀਡਰ ਨੇ ਉਹਨੂੰ ਇਨਵਾਈਟ ਕੀਤਾ ਕਿ ਤੂੰ ਸਰਕਸ ਵਿੱਚ ਆ ਕੇ ਜੋਬ ਕਰ। ਉਹਦੇ ਫਾਦਰ ਨੂੰ ਪਤਾ ਲੱਗ ਗਿਆ ਸੀਗਾ ਅਤੇ ਉਹ ਉਸਨੂੰ ਮਰੀਨ ਬੈਂਡ ਦੇ ਵਿੱਚ ਐਡਮਿਸ਼ਨ ਕਰਵਾਏ ਸੀਗੇ। ਉਸ ਤੋਂ ਬਾਅਦ ਫਿਲਿਪ ਉੱਥੇ ਲੀਡਰ ਬਣ ਗਿਆ ਬੈਂਡ ਦਾ ਅਤੇ ਉਹ ਜਿਹੜਾ ਬੈਂਡ ਸੀਗਾ ਉਹ ਅਫੀਸ਼ੀਅਲ ਬੈਂਡ ਸੀਗਾ ਪ੍ਰੈਜ਼ੀਡੈਂਟ ਆਫ ਅਮੈਰੀਕਾ ਦਾ। ਹੀ ਕੰਪੋਜ਼ਡ ਮੈਨੀ ਮਾਰਚਿਸ। ਉਹਨੇ ਕਾਫੀ ਮਾਰਚਿਸ ਲਿਖੀਆਂ। ਆਪਾਂ ਪੜ੍ਹਿਆ ਸੀਗਾ ਅਬਵ ਦੈਨ 100 ਸੀਗੀਆਂ। ਉਸ ਨੂੰ ਮਾਰਚ ਕਿੰਗ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਵਾਸ਼ਿੰਗਟਨ ਪੋਸਟ ਮਾਰਚ ਨਾਮ ਦਾ ਉਹਦਾ ਇੱਕ ਬੜਾ ਹੀ ਫੇਮਸ ਮਾਰਚ ਵੀ ਹੈਗਾ। ਕੁਐਸਚਨ ਨੰਬਰ 2, ਵਾਟ ਵਾਸ ਦਾ ਫਿਲਿਪਸ ਫੁਲਿਸ਼ ਐਕਟ ਔਨ ਦਾ ਡੇ ਆਫ ਕੌਂਸਰਟ, ਰਾਈਟ ਇਨ ਡਿਟੇਲ। ਸੰਗੀਤ ਗੋਸ਼ਟੀ ਦੀ ਸ਼ਾਮ ਫਿਲਿਪ ਨੇ ਕਿਹੜਾ ਮੂਰਖਤਾ ਵਾਲਾ ਕੰਮ ਕੀਤਾ ਸੀ, ਵੇਰਵੇ ਨਾਲ ਲਿਖੋ।
इसका आंसर आप लिखांगे Philip was chosen for playing violin solo in the annual evening concert. He was foolish to mix work and play that day. He went for playing baseball. His clothes got dirty. He had no clean white shirt to wear. He was asked to run to the wife of his music teacher for help. She took out one of her husband's white shirt. It was very large in size. She fitted it on Philip by pinning enough tucks in the shirt. Philip's turn to play on the violin came. As he raised the bow of the violin, the pins of his collar pulled out. Suddenly, the shirt fell away from the neck. The audience began to laugh. Philip forgot and stopped completely. He was totally upset. He rushed off the stage. His teacher told him that he made a complete mess of the show. He scolded Philip for having wasted time in playing baseball. He should have been preparing for the important work of the evening concert. He should be ashamed of himself. इसनों अगर आप पंजाबी में समझिए तो इसका मतलब निकलता है फिलिप ਨੂੰ ਇਕੱਲੇ ਹੀ ਹਾਂਜੀ ਇਕੱਲੇ ਉਸ ਨੂੰ ਚੂਜ਼ ਕੀਤਾ ਗਿਆ ਸੀਗਾ मतलब कि ਉਹਦੇ ਵਿੱਚ ਇੰਨਾ ਟੈਲੈਂਟ ਸੀਗਾ ਕਿ ਉਸ ਨੂੰ ਇਕੱਲੇ ਨੂੰ ਚੂਜ਼ ਕੀਤਾ ਗਿਆ ਸੀਗਾ ਕਿ ਉਹ ਕਨਸਰਟ ਵਾਲੇ ਦਿਨ ਵਾਇਲਨ ਨੂੰ ਪਲੇ ਕਰੇ ਫਿਲਿਪ ਨੂੰ ਇਕੱਲੇ ਸਾਲਾਨਾ ਸ਼ਾਂਤੀ ਸੰਗੀਤ ਗੋਸ਼ਟੀ ਦੇ ਵਿੱਚ ਵਾਇਲਨ ਵਜਾਉਣ ਦਾ ਕੰਮ ਦਿੱਤਾ ਗਿਆ ਸੀ ਉਸਨੇ ਮੂਰਖਤਾ ਕਰਕੇ ਕੰਮ ਅਤੇ ਖੇਡ ਨੂੰ ਮਿਲਾ ਦਿੱਤਾ ਉਹ ਖੇਡਣ ਚਲਾ ਗਿਆ ਉਸ ਦੇ ਕੱਪੜੇ ਗੰਦੇ ਹੋ ਗਏ ਉਸ ਦੇ ਕੋਲ ਕੋਈ ਸਾਫ਼ ਕੀਤੀ ਹੋਈ ਚਿੱਟੀ ਕਮੀਜ਼ ਨਹੀਂ ਸੀ ਉਸ ਨੂੰ ਕਿਹਾ ਗਿਆ ਸੀਗਾ ਕਿ ਉਹ ਸੰਗੀਤ ਦੇ ਅਧਿਆਪਕ ਦੀ ਪਤਨੀ ਦੇ ਕੋਲੋਂ ਮਦਦ ਲਵੇ ਉਸਨੇ ਆਪਣੇ ਪਤੀ ਦੀ ਇੱਕ ਕਮੀਜ਼ ਕੱਢੀ मतलब कि मिसिस एस्प्यूटा ने अपने पति की एक कमीज कड्डी ये आकार में बहुत वड्डी सी फिलिप लगभग वो पूरा कवर ही हो गया सीगा उसने कमीज के कई मोड़ किए पिन लगा के फिलिप ने फिट करा दी वायलिन वजाने के लिए जो फिलिप की वारी आ गई जिवें ही उसने वायलिन वजाने लिए अपनी बांह चुकी तो उसकी जी पिन सी शर्ट पर जी लगिया हुई सी हौली हौली करके उतरन लग पईयां जिवें ही उसकी पिन जी उतरन लग पईयां तो उस नर्वस हो गया ਜਿਹੜੇ ਉੱਥੇ ਬੈਠੇ ਆਡੀਅנס ਸੀਗੇ ਦਰਸ਼ਕ ਸੀਗੇ ਉਹ ਵੀ ਹੱਸਣ ਲੱਗ ਪਏ ਫਿਲਿਪ ਤੇ ਭੁੱਲ ਹੀ ਗਿਆ ਕਿ ਉਸਨੇ ਵਾਇਲਨ ਵੀ ਵਜਾਣਾ ਤੇ ਫਟਾਫਟ ਸਟੇਜ ਤੋਂ ਭੱਜ ਗਿਆ ਉਹ ਬਿਲਕੁਲ ਡਰ ਹੀ ਗਿਆ ਸੀ ਫਿਰ ਉਸ ਤੋਂ ਬਾਅਦ ਫਿਰ ਮਿਸਟਰ ਸਪੂਟਾ ਨੇ ਉਸਨੂੰ ਡਾਂਟਿਆ ਕਿ ਉਸਨੇ ਪੂਰੇ ਜਿਹੜਾ ਸ਼ੋਅ ਸੀਗਾ ਉਹਨੂੰ ਖਰਾਬ ਕਰ ਦਿੱਤਾ ਹੈ ਉਹਨਾਂ ਨੇ ਫਿਲਿਪ ਨੂੰ ਡਾਂਟਿਆ ਕਿ ਤੂੰ ਟਾਈਮ ਵੇਸਟ ਕਰਤਾ ਬੇਸਬਾਲ ਖੇਡਣ ਦੇ ਵਿੱਚ ਜਦ ਕਿ ਤੈਨੂੰ ਆਪਣੇ ਈਵਨਿੰਗ ਕਨਸਰਟ ਲਈ ਪ੍ਰਿਪੇਅਰ ਹੋਣਾ ਚਾਹੀਦਾ ਸੀਗਾ ਤੈਨੂੰ ਤੇਰੇ ਤੇ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਦੇ ਵਰਡ ਮਿਸਟਰ ਐਸਪਿਊਟਾ ਨੇ ਯੂਜ਼ ਕੀਤੇ ਸੀਗੇ ਫਿਲਿਪ ਨੂੰ डांटन दे लिए क्वेश्चन नंबर 3 हाउ डिड मिसिस एस्प्यूटा हेल्प फिलिप मिसिस एस्प्यूटा ने फिलिप की किस तरह सहायता की इसका आंसर है फिलिप टोल्ड हिज म्यूजिक टीचर प्रोफेसर एस्प्यूटा दैट ही डिड नॉट हैव अ क्लीन वाइट शर्ट फॉर द कॉन्सर्ट मिस्टर एस्प्यूटा टोल्ड हिम टू गो टू हिज वाइफ एंड आस्क फॉर अ शर्ट मिसेस एस्प्यूटा क्विकली बॉट वन ऑफ हर हस्बैंड्स वाइट शर्ट फिलिप फाउंड द शर्ट वेरी लार्ज फॉर हिम She found a box of pin in a few minutes. Her smart fingers pinned enough tucks in the shirt to make it fit Philip. Both of them felt relieved when the job was finished. Philip ran back to the school. Philip ने इसनों अगर आप पंजाबी समझिए तो ਫਿਲਿਪ ਨੇ ਆਪਣੀ ਸੰਗੀਤ ਦੇ ਅਧਿਆਪਕ ਪ੍ਰੋਫੈਸਰ ਐਸਪਿਊਟਾ ਨੂੰ ਦੱਸਿਆ ਕਿ ਉਸਦੇ ਕੋਲ ਕਨਸਰਟ ਵਿੱਚ ਪਾਉਣ ਲਈ ਸਾਫ਼ ਚਿੱਟੀ ਕਮੀਜ਼ ਨਹੀਂ ਹੈ ਆਪਾਂ ਪੜ੍ਹਿਆ ਸੀਗਾ ਕਿ ਉਹ ਖੇਡ ਕੇ ਉਸਨੇ ਸਾਰੇ ਕੱਪੜੇ ਗੰਦੇ ਕਰ ਲਏ ਸੀ ਮਦਰ ਕਾਬ ਨਹੀਂ ਸੀਗੇ ਜਿਸ ਕਰਕੇ ਉਸਨੂੰ ਕੋਈ ਵਾਈਟ ਸ਼ਰਟ ਨਹੀਂ ਮਿਲੀ ਵਾਈਟ ਸ਼ਰਟ ਨਾ ਮਿਲਣ ਕਰਕੇ ਉਹ ਆਪਣੇ ਪ੍ਰੋਫੈਸਰ ਐਸਪਿਊਟਾ ਕੋਲ ਭੱਜਿਆ ਪ੍ਰੋਫੈਸਰ ਐਸਪਿਊਟਾ ਨੇ ਕਿਹਾ ਕਿ ਤੂੰ ਮੇਰੀ ਵਾਈਫ ਕੋ ਜਾ ਤੇ ਵਾਈਫ ਕੋ ਜਾ ਕੇ ਉਹਨੇ ਇੱਕ ਸ਼ਰਟ ਲਿੱਤੀ ਤੇ ਉਸ ਤੋਂ ਬਾਅਦ ਕੀ ਹੋਇਆ ਐਸਪਿਊਟਾ ਦੀ ਜਿਹੜੀ ਸ਼ਰਟ ਸੀਗੀ ਉਹ ਫਿਲਿਪ ਨੂੰ ਬਹੁਤ ਵੱਡੀ ਆ ਰਹੀ ਸੀ पर मिसिस एस्प्यूटा ने की किया उन्होंने पिन की डब्बी लिती तो चंद मिनटों में ही उन्होंने अपनी उंगलियों के कमाल नाल पिन्स नूं शर्ट का मोड़ कट के उन्होंने टर्नस कर करके तो पिन्स उस पर फिट करके तो फिलिप नूं शर्ट फिट करा दी सी दोनों ने बहुत राहत महसूस की जो काम खत्म हो गया फिलिप दौड़ के स्कूल चला गया क्वेश्चन नंबर 4 वॉट इज़ द थीम ऑफ द चैप्टर इस चैप्टर का कथा वस्तु की है संक्षेप सहित वर्णन करो आंसर आप लिखांगे द थीम ऑफ द लेसन इज दैट वन कैन सक्सीड इन लाइफ ओनली इफ वन परस्यूज अ वोकेशन अकॉर्डिंग टू वन्स इंटरेस्ट एंड टेस्ट वन मस्ट नॉट मिक्स प्रोफेशनल वर्क with entertainment and play. The saying was true in the case of Johann Philipp Sosa, a young boy from Washington DC, USA. He decided to become a musician. He began to play on a violin. He excelled everybody in his school in playing violin. He was selected to play violin solo in the school concert. He was very confident. He did not take his responsibility seriously.
He did not have a proper dress for the concert. As dress, sorry, ਇੱਥੇ has नहीं होना, ਇੱਥੇ as होना है, as dress came loose in the concert. Then he decided to become a baker. He got fed up from this training job. Then he decided to join traveling circus later. He failed to join circus as his father came to know about his plan. He got recruited him in marine band where he became famous. The writer point out that one should work regularly for excellence in a profession. Johann Philip Sosa became a leader of the marine band. ਹੁਣ ਇਸ ਚੈਪਟਰ ਦਾ ਕਥਾ ਵਸਤੂ ਕੀ ਹੈ? ਇਸ ਦਾ ਕਥਾ ਵਸਤੂ ਇਸ 'ਤੇ ਆਧਾਰਿਤ ਹੈ ਕਿ ਕੋਈ ਵੀ ਆਦਮੀ ਜੀਵਨ ਵਿੱਚ ਤਾਂ ਹੀ ਸਫਲ ਹੋ ਸਕਦਾ ਹੈ ਜੇ ਉਸ ਦਾ ਕੰਮ ਉਸ ਦੀ ਰੁਚੀ ਦੇ ਅਨੁਸਾਰ ਹੋਵੇ। ਆਦਮੀ ਨੂੰ ਪੇਸ਼ੇ ਦੇ ਕੰਮ ਵਿੱਚ ਖੇਡ ਨਹੀਂ ਮਿਲਾਉਣੀ ਚਾਹੀਦੀ। ਇਹ ਕਹਾਵਤ ਜੋਹਨ ਫਿਲਿਪ ਦੇ ਬਾਰੇ ਠੀਕ ਬੈਠਦੀ ਹੈ, ਜਿਹੜਾ ਕਿ ਵਾਸ਼ਿੰਗਟਨ DC ਦਾ ਰਹਿਣ ਵਾਲਾ ਸੀ। ਜੋਹਨ ਨੇ ਸੰਗੀਤਕਾਰ ਬਣਨ ਦਾ ਇਰਾਦਾ ਕੀਤਾ। ਉਸਨੇ ਵਾਇਲਨ ਵਜਾਉਣਾ ਸ਼ੁਰੂ ਕਰ ਦਿੱਤਾ। ਵਾਇਲਨ ਵਜਾਉਣ ਵਿੱਚ ਉਹ ਸਕੂਲ ਵਿੱਚ ਸਭ ਤੋਂ ਵਧੀਆ ਸੀ। ਉਹ ਬੇਸਬਾਲ ਵੀ ਖੇਡਦਾ ਸੀ। ਵਾਇਲਨ ਵਜਾਉਣ ਵਿੱਚ ਉਸ ਦੀ ਸ਼੍ਰੇਸ਼ਠਤਾ ਦੇ ਕਾਰਨ ਉਸ ਨੂੰ ਸਕੂਲ ਦੀ ਸਾਲਾਨਾ ਸੰਗੀਤ ਸਭਾ ਵਿੱਚ ਇਕੱਲੇ ਹੀ ਵਾਇਲਨ ਵਜਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਨੂੰ ਆਪਣੇ 'ਤੇ ਯਕੀਨ ਸੀ। ਉਸ ਨੇ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਉਸ ਦੇ ਕੋਲ ਕੌਂਸਰਟ ਦੇ ਲਈ ਉਚਿਤ ਡਰੈਸ ਵੀ ਨਹੀਂ ਸੀ। ਉਸ ਦੀ ਵੱਡੇ ਸਾਈਜ਼ ਵਾਲੀ ਕਮੀਜ਼ ਉਸ ਦੀ ਗਰਦਨ ਤੋਂ ਥੱਲੇ ਡਿੱਗ ਗਈ। ਫਿਰ ਉਸ ਨੇ ਬੇਕਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਬੇਕਰੀ ਦੇ ਥੱਕਾ ਦੇਣ ਵਾਲੇ ਕੰਮ ਤੋਂ ਤੰਗ ਆ ਗਿਆ ਸੀ। ਫਿਰ ਇੱਕ ਸਰਕਸ ਦੇ ਬੈਂਡ ਲੀਡਰ ਨੇ ਉਸ ਨੂੰ ਟਰੈਵਲਿੰਗ ਸਰਕਸ ਵਿੱਚ ਨੌਕਰੀ ਦੇਣ ਦਾ ਲਾਲਚ ਦਿੱਤਾ। ਉਸ ਨੇ ਇਸ ਨੌਕਰੀ ਨੂੰ ਸਵੀਕਾਰ ਨਹੀਂ ਕੀਤਾ। ਆਪਾਂ ਪੜ੍ਹਿਆ ਸੀਗਾ ਕਿ ਉਸਦੇ ਫਾਦਰ ਨੂੰ ਇਸ ਬਾਰੇ ਪਤਾ ਲੱਗ ਗਿਆ ਸੀਗਾ ਅਤੇ ਉਹ ਉਸ ਨੂੰ ਮਰੀਨ ਬੈਂਡ ਵੱਲ ਲੈ ਗਏ ਸੀਗੇ। ਉਸ ਦੇ ਪਿਤਾ ਨੇ ਉਸ ਨੂੰ ਮਰੀਨ ਬੈਂਡ ਵਿੱਚ ਭਰਤੀ ਕਰਾ ਦਿੱਤਾ। ਇੱਥੇ ਉਸ ਨੇ ਬਹੁਤ ਮਿਹਨਤ ਕੀਤੀ ਅਤੇ ਉਹ ਇੱਥੇ ਮਾਰਚ ਕਿੰਗ ਬਣ ਗਿਆ। ਲੇਖਕ ਦੇ ਕਹਿਣ ਦੇ ਮਤਲਬ ਹੈ ਕਿ ਕਿਸੇ ਪੇਸ਼ੇ ਵਿੱਚ ਸ਼੍ਰੇਸ਼ਠਤਾ ਹਾਸਿਲ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਫਿਲਿਪ ਸੋਸਾ ਮਰੀਨ ਬੈਂਡ ਦਾ ਲੀਡਰ ਬਣ ਗਿਆ। ਹੁਣ ਕੁਐਸਚਨ ਨੰਬਰ 5 ਹੈਗਾ ਤੁਹਾਡਾ, ਡਿਸਕ੍ਰਾਈਬ ਫਿਲਿਪਸ ਐਕਸਪੀਰੀਅੰਸ ਇਨ ਬੇਕਰੀ। ਫਿਲਿਪ ਦੇ ਬੇਕਰੀ ਦੇ ਅਨੁਭਵ ਬਾਰੇ ਦੱਸੋ। ਇਸ ਦੇ ਵਿੱਚ ਆਪਾਂ ਆ ਨਹੀਂ ਦੱਸਣਾ ਕਿ ਬੇਕਰ ਦੀ ਵਾਈਫ ਨੇ ਉਸਨੂੰ ਕਿੱਦਾਂ ਡਾਂਟਿਆ ਸੀ ਵਗੈਰਾ ਵਗੈਰਾ, ਆਪਾਂ ਇਹਦੇ 'ਚ ਨਹੀਂ ਦੱਸਣਾ ਕਿਉਂਕਿ ਉਸ ਦੇ ਬਾਰੇ ਆਪਾਂ ਬੇਕਰੀ ਦਾ ਐਕਸਪੀਰੀਅੰਸ ਲਿਖਣਾ। ਇਸ ਦਾ ਆਨਸਰ ਹੈਗਾ ਫਿਲਿਪਸ ਫਾਦਰ ਸੈਂਟ ਫਿਲਿਪ to Charles Bakery. He was to teach Philip how to bake bread and pies. Philip's father told him that he had to go for education at school in the daytime. At 8:30 in the evening, Philip went to bakery. There he watched the baker's work. He was impressed by baker's speed and skill. Very early next morning, Philip helped to load the bakery wagon with bread and went with the driver to deliver the bread. He went to school. He was tired to learn much. In the evening, he went back to bakery again. He didn't find the work interesting. Philip went home after delivering bread. He fell asleep when he got up. His father asked him if he would like to be a baker. Philip said that he would like death than to be a baker. ਫਿਲਿਪ ਦੇ ਪਿਤਾ ਨੇ ਫਿਲਿਪ ਨੂੰ ਚਾਵਲੀ ਦੀ ਬੇਕਰੀ ਵਿੱਚ ਭੇਜਿਆ ਸੀ। ਆਪਾਂ ਪੜ੍ਹਿਆ ਸੀਗਾ ਨਾ, ਉਸ ਨੂੰ ਚਾਵਲੀ ਦੀ ਬੇਕਰੀ ਵਿੱਚ ਭੇਜਿਆ ਸੀ। ਚਾਵਲੀ ਨੇ ਫਿਲਿਪ ਨੂੰ ਬ੍ਰੈਡ ਅਤੇ ਪਾਈਸ ਬਣਾਉਣਾ ਸਿਖਾਉਣਾ ਸੀ। ਫਿਲਿਪ ਦੇ ਪਿਤਾ ਨੇ ਫਿਲਿਪ ਨੂੰ ਦੱਸਿਆ ਕਿ ਉਸ ਨੂੰ ਦਿਨ ਦੇ ਸਮੇਂ ਪੜ੍ਹਾਈ ਦੇ ਲਈ ਸਕੂਲ ਵੀ ਜਾਣਾ ਹੋਵੇਗਾ। ਫਿਲਿਪ ਦੇ ਉਸ ਦਿਨ 8:30 ਵਜੇ ਸ਼ਾਮ ਨੂੰ ਫਿਲਿਪ ਬੇਕਰੀ ਵਿੱਚ ਚਲਾ ਗਿਆ। ਉੱਥੇ ਉਸਨੇ ਬੇਕਰਾਂ ਦੇ ਨਾਲ ਕੰਮ ਕਰਦੇ ਦੇਖਿਆ। ਉਹ ਬੇਕਰਾਂ ਦੀ ਗਤੀ, ਸਪੀਡ ਅਤੇ ਉਹਨਾਂ ਦੀ ਕੁਸ਼ਲਤਾ ਨੂੰ ਦੇਖ ਕੇ ਪ੍ਰਭਾਵਿਤ ਹੋ ਗਿਆ ਸੀ। ਅਗਲੀ ਸਵੇਰ ਫਿਲਿਪ ਨੇ ਬ੍ਰੈਡ ਨੂੰ ਗੱਡੀ ਵਿੱਚ ਰੱਖਣ ਵਿੱਚ ਵੀ ਮਦਦ ਕੀਤੀ ਸੀ। ਬਾਅਦ ਵਿੱਚ ਉਹ ਡਰਾਈਵਰ ਦੇ ਨਾਲ ਵੈਗਨ ਵਿੱਚ ਲੋਕਾਂ ਨੂੰ ਬ੍ਰੈਡ ਵੰਡਣ ਚਲਾ ਗਿਆ। ਉਹ ਸਕੂਲ ਗਿਆ। ਉਹ ਇੰਨਾ ਥੱਕ ਗਿਆ ਸੀਗਾ ਕਿ ਉਹ ਚੰਗੀ ਤਰ੍ਹਾਂ ਪੜ੍ਹਾਈ ਵਿੱਚ ਵੀ ਮਨ ਨਹੀਂ ਸੀ ਲਗਾ ਪਾ ਰਿਹਾ। ਸ਼ਾਮ ਨੂੰ ਉਹ ਫਿਰ ਬੇਕਰੀ 'ਤੇ ਚਲਾ ਗਿਆ। ਉਸ ਨੂੰ ਕੰਮ ਚੰਗਾ ਨਹੀਂ ਲੱਗਿਆ। ਫਿਲਿਪ ਬ੍ਰੈਡ ਵੰਡਣ ਤੋਂ ਬਾਅਦ ਘਰ ਚਲਾ ਗਿਆ। ਫਿਰ ਉਹ ਸੋ ਗਿਆ। ਜਦ ਉਹ ਸੋ ਕੇ ਉੱਠਿਆ ਤਾਂ ਉਸਦੇ ਪਿਤਾ ਨੇ ਉਸਨੂੰ ਪੁੱਛਿਆ ਕਿ ਉਹ ਬੇਕਰ ਬਣਨਾ ਪਸੰਦ ਕਰੇਗਾ, ਪਰ ਫਿਲਿਪ ਨੇ ਕੀ ਕਿਹਾ ਕਿ ਬੇਕਰ ਬਣਨ ਦੀ ਜਗ੍ਹਾ ਤੇ ਉਹ ਮਰ ਜਾਣਾ ਹੀ ਪਸੰਦ ਕਰੇਗਾ। ਕੁਐਸਚਨ ਨੰਬਰ 6 ਤੁਹਾਡਾ ਹੈਗਾ, what finally made Philip into a famous music composer? ਕਿਸ ਚੀਜ਼ ਨੇ ਫਿਲਿਪ ਨੂੰ ਇੱਕ ਪ੍ਰਸਿੱਧ ਕੰਪੋਜ਼ਰ ਬਣਾਇਆ? ਇਸ ਦਾ ਆਨਸਰ ਹੈਗਾ Philip was enlisted as an apprentice to study music in the marine band. He worked hard and he became the leader of the marine band. This was the official band of the President of USA. He became a composer. He wrote more than 100 of marches.
and he was known as the March King. He was known as the March King. He wrote one of the finest marches for a special occasion. The Washington Post held an essay contest. A big day was planned. The Washington Post was played. Everybody cheered wildly. They applauded Philip Sosa for what he had done for the field of music. ਫਿਲਿਪ ਨੂੰ ਇੱਕ ਚੇਲੇ ਦੇ ਰੂਪ ਵਿੱਚ ਸੰਗੀਤ ਸਿੱਖਣ ਲਈ ਮਰੀਨ ਬੈਂਡ ਵਿੱਚ ਭਰਤੀ ਕੀਤਾ ਗਿਆ ਸੀ। ਉਸਨੇ ਬਹੁਤ ਮਿਹਨਤ ਕੀਤੀ ਅਤੇ ਮਰੀਨ ਬੈਂਡ ਦਾ ਲੀਡਰ ਬਣ ਗਿਆ ਸੀ। ਇਹ USA ਦੇ ਪ੍ਰੈਜ਼ੀਡੈਂਟ ਦਾ ਸਰਕਾਰੀ ਬੈਂਡ ਸੀ, ਓਫੀਸ਼ੀਅਲ ਬੈਂਡ ਸੀਗਾ। ਉਹ ਇੱਕ ਪ੍ਰਸਿੱਧ ਕੰਪੋਜ਼ਰ ਵੀ ਬਣ ਗਿਆ। ਉਸਨੇ 100 ਤੋਂ ਜ਼ਿਆਦਾ ਮਾਰਚਿਸ ਜਿਹੜੇ ਸੀ ਕੰਪੋਜ਼ ਕੀਤੇ ਸੀ। ਉਸ ਨੂੰ ਮਾਰਚ ਕਿੰਗ ਕਿਹਾ ਜਾਣ ਲੱਗ ਪਿਆ। ਉਸਨੇ ਇੱਕ ਖਾਸ ਮੌਕੇ ਲਈ ਇੱਕ ਖਾਸ ਮਾਰਚ ਲਿਖਿਆ ਹੋਇਆ ਸੀ। ਦਾ ਵਾਸ਼ਿੰਗਟਨ ਪੋਸਟ ਨੇ ਵਾਸ਼ਿੰਗਟਨ ਪੋਸਟ ਤੁਹਾਨੂੰ ਮੈਂ ਦੱਸਦਾ ਕਿ ਆ ਜਰਨਲ ਹੁੰਦਾ ਹੈ, ਉੱਥੇ USA ਦੇ ਵਿੱਚ ਆ ਜਰਨਲ ਹੈ। ਜਰਨਲ ਵੀ ਇੱਕ ਤਰ੍ਹਾਂ ਦਾ ਨਿਊਜ਼ਪੇਪਰ ਵਾਂਗੂ ਹੀ ਹੁੰਦਾ ਹੈ, ਇੱਕ ਮੈਗਜ਼ੀਨ ਦੀ ਤਰ੍ਹਾਂ ਹੁੰਦਾ ਹੈ। ਵਾਸ਼ਿੰਗਟਨ ਪੋਸਟ ਨਾਮ ਦਾ ਜਰਨਲ ਸੀਗਾ, ਜਿਸ ਨੇ ਇੱਕ ਐਸੇ ਕੰਪੀਟੀਸ਼ਨ ਦਾ ਜਿਹੜਾ ਸੀਗਾ ਆਯੋਜਨ ਕੀਤਾ ਸੀਗਾ। ਇੱਕ ਵੱਡੇ ਦਿਨ ਦੀ ਯੋਜਨਾ ਬਣਾਈ ਗਈ ਸੀ। ਵਾਸ਼ਿੰਗਟਨ ਪੋਸਟ ਦਾ ਜਿਹੜਾ ਮਾਰਚ ਵਜਾਇਆ ਗਿਆ, ਉਹ ਜਿਹੜਾ ਸੀਗਾ ਕਿੰਨੇ ਕੰਪੋਜ਼ ਕੀਤਾ ਸੀਗਾ? ਫਿਲਿਪ ਨੇ ਕੰਪੋਜ਼ ਕੀਤਾ ਸੀ। ਹਰ ਇੱਕ ਆਦਮੀ ਨੇ ਇਸ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ। ਉਹਨਾਂ ਨੇ ਫਿਲਿਪ ਸੋਸਾ ਦੇ ਸੰਗੀਤ ਦੇ ਪ੍ਰਤੀ ਯੋਗਦਾਨ ਦੀ ਤਾਰੀਫ ਵੀ ਕੀਤੀ। ਇਸ ਦੇ ਨਾਲ ਹੀ ਤੁਹਾਡੇ ਮੁੱਕਦੇ ਨੇ ਕੁਐਸਚਨ ਆਨਸਰਸ ਅਤੇ ਪੂਰਾ ਚੈਪਟਰ ਮੈਂ ਖਤਮ ਕਰ ਦਿੱਤਾ ਆਪਣੇ ਵੱਲੋਂ। ਤੁਸੀਂ ਪਿਛਲੀਆਂ ਵੀਡੀਓਜ਼ ਨਹੀਂ ਵੇਖੀਆਂ ਤਾਂ ਉਸ ਨੂੰ ਦੇਖ ਲਿਓ। ਮੈਂ ਪਹਿਲੇ ਵੀ 2 ਵੀਡੀਓਜ਼ ਬਣਾ ਚੁੱਕਾ ਵਾਂ। ਇੱਕ ਵਿੱਚ ਮੈਂ ਸਮਰੀ ਦੱਸੀ ਹੈ, ਮੈਂ ਪਹਿਲੇ ਵੀ ਦੱਸ ਚੁੱਕਾ ਕਿ ਮੈਂ ਪਹਿਲੇ ਵਾਲੀ ਵੀਡੀਓ ਵਿੱਚ ਸਮਰੀ ਦੱਸੀ ਹੈ। ਉਸ ਤੋਂ ਬਾਅਦ ਮੈਂ ਸ਼ਾਰਟ ਆਨਸਰ ਕਰਾਏ ਨੇ ਅਤੇ ਹੁਣ ਮੈਂ ਲੌਂਗ ਆਨਸਰ ਕਰਾਏ ਨੇ। ਇਸ ਤੋਂ ਬਾਅਦ ਆਪਾਂ ਹੁਣ ਅਗਲਾ ਕੋਈ ਹੋਰ ਟੌਪਿਕ ਸ਼ੁਰੂ ਕਰਾਂਗੇ। ਮੈਨੂੰ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਹੁਣ ਅਗਲੀ ਵੀਡੀਓ ਆਪਾਂ ਕਿਸ ਚੈਪਟਰ 'ਤੇ ਬਣਾਈਏ, ਕਿਸ ਟੌਪਿਕ 'ਤੇ ਬਣਾਈਏ। ਦੇਖਣ ਲਈ ਧੰਨਵਾਦ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਲਾਈਕ ਕਰਿਓ, ਸ਼ੇਅਰ ਕਰਿਓ।